ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਵੱਡੀਆਂ ਖਬਰਾਂ ਤੇ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਕੈਪਟਨ ਸਰਕਾਰ ਬੁਰੇ ਤਰੀਕੇ ਨਾਲ ਘਿਰੀ ਹੋਈ ਹੈ। ਅੱਜ ਹੜਤਾਲਾਂ ਦਾ ਦਿਨ ਹੈ। ਇਸ ਤੋਂ ਅਗਲੇ ਦਿਨਾਂ ਦੇ ਵਿੱਚ ਵੀ ਹੜਤਾਲ ਜਿਹੜੀ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣੀ ਹੈ। ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਬਿਲਡ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਖਬਰਾਂ, ਜਦੋਂ ਪੰਜਾਬ ਦੇ ਵਿੱਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ, ਅੱਜ ਵੀ ਸਰਕਾਰ ਦੇ ਅੰਦਰੋਂ ਤੇ ਬਾਹਰੋਂ ਦੋਨਾਂ ਪਾਸਿਆਂ ਤੋਂ ਇਹ ਵਿਰੋਧ ਹੋ ਰਿਹਾ ਕਿ ਆਖਿਰਕਾਰ ਕਿਉਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ। ਕਿਉਂ ਨਹੀਂ ਲੋਕਾਂ ਦੇ ਵਿੱਚ ਉਹ ਹਿਸਾਬ ਕਿਤਾਬ ਦਿੱਤਾ ਜਾ ਰਿਹਾ ਜਿਹੜਾ ਲੋਕ ਮੰਗਦੇ ਨੇ ਕਿ ਆਖਿਰਕਾਰ ਸਾਡੀ ਜੇਬਾਂ ਦੇ ਉੱਤੇ ਡਾਕਾ ਕਿਉਂ ਵੱਜ ਰਿਹਾ। ਤੇਲ ਕੀਮਤਾਂ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਤੇ ਸਵਾਲ ਉੱਠਦੇ ਨੇ, ਉੱਥੇ ਸੂਬਾ ਸਰਕਾਰਾਂ ਵੀ ਘਿਰੀਆਂ ਨੇ ਕਿ ਪੈਟਰੋਲ ਡੀਜ਼ਲ ਜਿਹੜਾ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ। 31 ਵਾਰ ਪੈਟਰੋਲ ਦੇ ਰੇਟ ਵਧਾ ਦਿੱਤੇ ਤਾਂ 100 ਤੋਂ ਪਾਰ ਸੈਂਕੜਾ ਕਰ ਚੁੱਕਿਆ ਜਿਹੜਾ ਪੈਟਰੋਲ ਹੈ। ਅੱਜ ਵੀ ਜਦੋਂ ਅਸੀਂ ਪੈਟਰੋਲ ਪੰਪਾਂ ਤੇ ਜਾਂਦੇ ਹਾਂ ਤਾਂ ਤੇਲ ਕੀਮਤਾਂ ਨੂੰ ਜਿਹੜਾ ਆ, ਭਾਵੇਂ ਉੱਥੇ ਇੱਕ ਅੱਧਾ ਪੈਸਾ, ਕੋਈ 10-20 ਪੈਸੇ ਘੱਟ ਹੋਵੇ, ਪਰ ਤੇਲ ਉਸੇ ਕੀਮਤ ਤੇ ਪੈਂਦਾ। 100 ਦੋਗੇ ਤਾਂ ਲੀਟਰ ਤੇਲ ਹੀ ਪਏਗਾ, 200 ਦੋਗੇ ਤਾਂ 2 ਲੀਟਰ ਤੇਲ ਪਏਗਾ। ਇਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਵੀ ਚਰਚਾ ਹੈ ਕਿ ਸਰਕਾਰਾਂ ਕਰ ਕੀ ਰਹੀਆਂ ਨੇ। ਇਸ ਤੋਂ ਇਲਾਵਾ ਹੋਰ ਖਬਰਾਂ ਵੀ ਨਾਲੋਂ ਨਾਲ ਹੋਣਗੀਆਂ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਿੱਖ ਲੜਕੀ ਦਾ ਜਿਹੜਾ ਮੁਸਲਿਮ ਪਰਿਵਾਰ ਦੇ ਨਾਲ, ਇੱਕ ਨੌਜਵਾਨ ਦੇ ਨਾਲ ਨਿਕਾਹ ਹੋਇਆ, ਉਸ ਨੂੰ ਲੈ ਕੇ ਕਾਫੀ ਹੋ ਹੱਲਾ ਮਚਿਆ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਅਜਿਹੇ ਸਮੇਂ ਦੇ ਵਿੱਚ, ਜਦੋਂ ਕੇਂਦਰ ਦਾ ਵਿਰੋਧ ਹੁੰਦਾ ਹੈ ਤੇ ਸਿੱਖ ਜਿਹੜੇ ਨੇ ਉਹ ਵੱਡੀ ਪੱਧਰ ਦੇ ਉੱਤੇ ਇਸ ਵਿਰੋਧ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕਰਾਣ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਹੈ ਸੁਖਿੰਦਰ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਕਿੱਦਾਂ ਦੇਖਦੇ ਹੋ ਸਰਕਾਰ ਜਿਹੜੀ ਹੈ ਉਹ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਬੈਕਫੁੱਟ ਤੇ ਹੁੰਦੀ ਨਜ਼ਰ ਆ ਰਹੀ ਹੈ। ਨੌਕਰੀਆਂ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਨੇ ਉਹ ਸਰਕਾਰ ਉੱਤੇ ਸਵਾਲ ਚੁੱਕ ਰਹੇ ਨੇ। ਕੁਐਸਚਨ ਤਾਂ ਸਾਰੇ ਹੀ ਚੱਕ ਰਹੇ ਨੇ ਸੁਖਿੰਦਰ ਜੀ। ਕੋਈ ਏਦਾਂ ਦਾ ਵਰਗ ਹੈ ਹੀ ਨਹੀਂ ਜਿਹੜਾ ਸਰਕਾਰ ਨੂੰ ਕਹਿ ਸਕੇ ਇੱਕ ਹੱਥ ਖੜਾ ਕਰਕੇ ਕਿ ਹਾਂ ਇਹ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਨੇ ਜਾਂ ਸਾਡੇ ਵਰਗ ਲਈ, ਚਾਹੇ ਉਹ ਮੁਲਾਜ਼ਮ ਹੈ, ਮਜ਼ਦੂਰ ਹੈ, ਕਿਸਾਨ ਹੈ ਜਾਂ ਕਾਰੋਬਾਰੀ ਨੇ, ਕੋਈ ਵੀ ਵਰਗ ਕਹਿ ਲਓ ਆਪਾਂ, ਜਿਹੜਾ ਸਮਾਜ 'ਚ ਵਿਚਰ ਰਿਹਾ, ਚਾਹੇ ਕਿਸੇ ਧਰਮ ਜਾਤੀ ਨਾਲ ਸੰਬੰਧ ਰੱਖਦਾ, ਜਿਹੜੀਆਂ ਵੰਡੀਆਂ ਇਹਨਾਂ ਨੇ ਪਾਈਆਂ ਨੇ ਉਹਨਾਂ ਨਾਲ, ਤੇ ਉਹ ਕੋਈ ਵੀ ਇਦਾਂ ਦਾ ਵਰਗ ਨਹੀਂ ਹੈ ਜਿਹੜਾ ਅੱਜ ਸਰਕਾਰ ਦੀ ਕਿਸੇ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਉਹਨੂੰ ਵੋਟ ਦੇਣ ਦੀ ਗੱਲ ਕਰਦਾ ਹੋਵੇ। ਅੱਜ ਪੰਜਾਬ ਹੈ ਜਿਹੜਾ ਹੜਤਾਲੀਆ ਪੰਜਾਬ ਬਣਿਆ ਹੋਇਆ, ਹਰ ਪਾਸੇ ਹੜਤਾਲ ਹੈ, ਰਸਤੇ ਰੋਕੇ ਹੋਏ ਨੇ ਲੋਕਾਂ ਨੇ, ਤੇ ਆਮ ਆਵਾਜਾਈ ਠੱਪ ਕਰੀ ਹੋਈ ਹੈ। ਇਹਨਾਂ ਚੀਜ਼ਾਂ ਦਾ ਵੈਸੇ ਆਪਾਂ ਕਹਿ ਸਕਦੇ ਹਾਂ ਕਿ ਚਲੋ ਐਜੀਟੇਸ਼ਨ ਕਰਨਾ ਸਾਡਾ ਅਧਿਕਾਰ ਹੈਗਾ, ਸਾਨੂੰ ਦਿੱਤਾ ਹੈ, ਅਸੀਂ ਆਪਣਾ ਹੱਕ ਮੰਗਣ ਲਈ ਸੰਘਰਸ਼ ਕਰ ਸਕਦੇ ਹਾਂ, ਅੰਦੋਲਨ ਕਰ ਸਕਦੇ ਹਾਂ ਕਿਸੇ ਤਰ੍ਹਾਂ ਦਾ। ਤਾਂ ਲੇਕਿਨ ਇਹਨਾਂ ਚੀਜ਼ਾਂ ਦਾ ਇਹਨਾਂ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ। ਪਹਿਲਾਂ ਇਹਨਾਂ ਨੇ ਗੱਲ ਕੀਤੀ, ਜਿਹਨੇ 10 ਸਾਲ ਅਕਾਲੀਆਂ ਨੇ ਰਾਜ ਕੀਤਾ ਆ, ਉਸ ਤੋਂ ਪਹਿਲਾਂ ਕਾਂਗਰਸ ਸੀ, ਉਸ ਤੋਂ ਪਹਿਲਾਂ ਫਿਰ ਅਕਾਲੀ ਸੀਗੇ, ਫਿਰ ਕਾਂਗਰਸ, ਅਕਾਲੀ, ਇੱਦਾਂ ਹੁੰਦੇ ਆਏ ਸੀ, ਹੁਣ ਫਿਰ ਕਾਂਗਰਸ ਹੈ। ਤੇ ਇਹ ਹੜਤਾਲਾਂ ਹੁਣ ਤੱਕ ਇਹ ਕਹਿ ਲਓ ਕਿ ਸੜਕਾਂ ਤੇ ਉਤਰਨਾ, ਪੁਲਿਸ ਦੀਆਂ ਡਾਂਗਾਂ ਖਾਣੀਆਂ, ਪਾਣੀ ਦੀਆਂ ਬੁਛਾੜਾਂ ਖਾਣੀਆਂ, ਪਰਚੇ ਦਰਜ ਕਰਾਉਣੇ, ਹੱਕਾਂ ਲਈ ਮੀਂਹ ਦੇ ਵਿੱਚ, ਧੁੱਪ ਦੇ ਵਿੱਚ ਸੜਨਾ, ਟਾਵਰਾਂ ਤੇ ਚੜ੍ਹ ਜਾਣਾ, ਟੈਂਕੀਆਂ ਤੇ ਚੜ੍ਹ ਜਾਣਾ, ਜਾਂ ਇੱਦਾਂ ਦੀਆਂ ਹੋਰ ਖੁਦਕੁਸ਼ੀਆਂ ਕਰ ਲੈਣੀਆਂ। ਇਹ ਸਾਰਾ ਕੁਛ ਹੈ ਕਹਿ ਲਓ ਕਿ ਜਨਮ ਸਿੱਧ ਅਧਿਕਾਰ ਹੋ ਗਿਆ ਪੰਜਾਬ ਦੇ ਲੋਕਾਂ ਦਾ। ਇੱਦਾਂ ਲੱਗਦਾ ਕਿ ਇਹਨਾਂ ਨੇ ਤਾਂ ਕਰਨਾ ਹੀ ਹੈ, ਇਸ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਹੀ ਕੋਈ ਨਹੀਂ। ਤੋ ਹੁਣ ਅੱਜ ਦੀ ਡੇਟ 'ਚ ਦੇਖਿਆ ਜਾਵੇ, ਕੌਣ ਚਾਹੇ 6ਵਾਂ ਪੇ ਕਮਿਸ਼ਨ ਲਾਗੂ ਕੀਤਾ, ਉਹਦੇ ਤਹਿਤ ਮੁਲਾਜ਼ਮ ਵਰਗ, ਡਾਕਟਰ ਵਰਗ ਹੜਤਾਲ ਕਰੀ ਬੈਠੇ ਨੇ। ਆ PRTC ਉਹ ਅਲੱਗ, ਹਾਲਾਂਕਿ ਪਿੱਛੇ ਜੇ ਕਹਿ ਗਏ ਅਸੀਂ ਬੱਸਾਂ ਪਾਉਣੀਆਂ ਨੇ, ਨਵੀਆਂ ਸਰਕਾਰ ਕਹਿ ਰਹੀ ਹੈ ਕਿ ਬੱਸਾਂ ਪਾਉਣੀਆਂ ਨੇ, ਡਰਾਈਵਰ ਕੰਡਕਟਰ ਕਹਿੰਦੇ ਸਾਨੂੰ ਪੱਕਾ ਨਹੀਂ ਕੀਤਾ ਜਾਂਦਾ, ਉਹ ਸਾਡੇ ਹੱਕ ਮਾਰੇ ਜਾਂਦੇ ਆ, ਤੇ ਉਹ ਹੜਤਾਲ ਕਰੀ ਬੈਠੇ ਨੇ। ਤੇ ਕਿਤੇ ਕੋਈ ਇਨਸਾਫ ਲੈਣ ਲਈ ਬੈਠਾ, ਕਿਤੇ ਕੋਈ ਖੁਦਕੁਸ਼ੀ ਕਰੀ ਬੈਠਾ, ਉਹਦੀ ਸੰਸਕਾਰ ਕਰਨ ਤੋਂ ਬੈਠੇ ਨੇ ਕਿ ਦੋਸ਼ੀਆਂ ਨੂੰ ਫੜੋ। ਪੁਲਿਸ ਮਤਲਬ ਐਂ ਕਹਿ ਲਓ ਕਿ ਪੁਲਿਸ ਚਾਰੇ ਪਾਸੇ ਇਹਨਾਂ ਕੰਮਾਂ ਦੇ ਵਿੱਚ ਉਲਝੀ ਹੋਈ ਹੈ। ਕਸੂਰ ਇਕੱਲਾ ਆਪਾਂ ਕਹਿ ਦਈਏ ਕਿ ਸਰਕਾਰਾਂ ਦਾ ਨਹੀਂ ਹੁੰਦਾ, ਸੱਤਾ 'ਚ ਬੈਠੇ ਲੋਕਾਂ ਦਾ ਨਹੀਂ ਹੁੰਦਾ, ਪਰ ਜ਼ਿਆਦਾਤਰ ਕਸੂਰ ਸਾਡਾ ਵੀ ਹੁੰਦਾ ਜਿਹੜਾ ਅਸੀਂ ਭੁੱਲ ਜਾਂਦੇ ਹਾਂ। ਬਿਲਕੁਲ, ਲੋਕਾਂ ਦਾ ਆਪਦਾ ਵੱਧ ਕਸੂਰ ਹੁੰਦਾ ਹੈ। ਸਰਕਾਰ ਹੁੰਦੀ ਹੈ, ਉਦੋਂ ਇਹ ਚੁੱਪ ਕਰਕੇ ਅੱਖਾਂ ਮੀਚ ਕੇ ਫਿਰ ਬਹਾਨਾ ਲਾ ਦਿੰਦੇ ਕਿ ਫਲਾਣਾ ਜਾਣਦਾ ਸੀ, ਸਾਨੂੰ ਐਂ ਕਹਿ ਗਿਆ, ਜਾਂ ਵਿਕ ਜਾਂਦੇ ਨੇ, ਜਾਂ ਪਾਰਟੀਬਾਜ਼ੀ ਆ ਜਾਂਦੀ ਹੈ ਯਾਦ ਇਹਨਾਂ ਨੂੰ ਕਿ ਪਾਰਟੀ ਦਾ ਸਾਡੇ ਦਾ ਲਗਾਤਾਰ ਇਹ ਰਵਾਇਤ ਚੱਲੀ ਜਾ ਰਹੀ ਹੈ, ਫਲਾਣੀ ਪਾਰਟੀ। ਤਾਂ ਹੀ ਤਾਂ ਇਹ ਲੋਕ ਦੇਖੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਫੇਰ ਆ ਕੇ ਲੋਕਾਂ ਦੇ ਵਿੱਚ ਖੜ ਜਾਂਦੇ ਨੇ। ਹਰ 5 ਸਾਲ ਬਾਅਦ ਫੇਰ
ਲੋਕਾਂ ਦਾ ਇਕੱਠ ਇਹਨਾਂ ਦੇ ਆਲੇ-ਦੁਆਲੇ ਹੋ ਜਾਂਦਾ ਹੈ। ਤੇ ਫਿਰ ਜੋ ਕੁਛ ਕਰ ਰਹੇ ਨੇ ਇਹਦਾ ਮਤਲਬ ਸਹੀ ਕਰ ਰਹੇ ਨੇ ਤਾਂ ਹੀ ਦੁਬਾਰੇ ਆਉਂਦੇ ਨੇ। ਜੇ ਲੋਕ ਸਬਕ ਸਿਖਾਉਣਾ ਜਾਣਦੇ ਜਾਂ ਸੱਚੀ-ਮੁੱਚੀ ਸਬਕ ਸਿਖਾਇਆ ਹੁੰਦਾ ਕਿਸੇ ਨੂੰ, ਤਾਂ ਇਹਨਾਂ ਦੀ ਹਿੰਮਤ ਨਹੀਂ ਸੀ ਪੈਂਦੀ ਏਦਾਂ ਕਰਨ ਦੀ। ਹਾਲਾਤ ਤੁਸੀਂ ਦੇਖ ਹੀ ਰਹੇ ਹੋ, ਤੁਸੀਂ ਬਿਆਨ ਕਰ ਵੀ ਚੁੱਕੇ ਹੋ ਤੇ ਹਾਲਾਤ ਹੋਰ ਵੱਧ ਤੋਂ ਬਦਤਰ ਹੋਣੇ ਨੇ। ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਣਾ, ਇਹਨਾਂ ਨੂੰ ਪਤਾ 5 ਸਾਲ ਅਸੀਂ ਲੁੱਟ ਲਿਆ, ਕੁੱਟ ਲਿਆ, ਐਸ਼ ਕਰ ਲਈ, ਆਪਣੀਆਂ ਸਹੂਲਤਾਂ ਲੈ ਲਈਆਂ, ਤਨਖਾਹਾਂ ਮੋਟੀਆਂ ਲੈ ਲਈਆਂ, ਜਾਇਦਾਦਾਂ ਬਣ ਗਈਆਂ। ਹੁਣ ਚੱਲੀਏ ਆਰਾਮ ਕਰਾਂਗੇ 5 ਸਾਲ ਫੇਰ ਦੁਬਾਰੇ ਦੇਖਾਂਗੇ, ਸੱਤਾ 'ਚ ਆਵਾਂਗੇ। ਹੁਣ ਦੂਜੀ ਪਾਰਟੀ ਨੂੰ ਮੌਕਾ ਦਿਓ। ਸੋ ਲੋਕ ਹੀ ਨੇ, ਆਉਣ ਵਾਲੇ ਸਮੇਂ 'ਚ ਵੀ ਡਾਂਗਾਂ ਖਾਣੀਆਂ ਨੇ ਇਹਨਾਂ ਨੇ, ਹੁਣ ਵੀ ਖਾ ਰਹੇ ਨੇ, ਪਿੱਛੇ ਖਾ ਕੇ ਵੀ ਆਏ ਨੇ। ਕਈ ਸਾਲ ਹੋ ਗਏ ਆਜ਼ਾਦੀ ਤੋਂ ਬਾਅਦ, ਆਜ਼ਾਦੀ ਤੋਂ ਪਹਿਲਾਂ ਵੀ ਅੰਗਰੇਜ਼ਾਂ ਦੀਆਂ ਖਾਂਦੇ, ਚਲੋ ਆਪਾਂ ਨੂੰ ਕਿਹੜੇ ਬੇਗਾਨੇ ਸੀ, ਪਰ ਹੁਣ ਇਹਨਾਂ ਦੇ ਆਪਣੇ ਕੁੱਟ ਰਹੇ ਨੇ ਇਹਨਾਂ ਨੂੰ, ਤੇ ਇਹਨਾਂ ਨੂੰ ਸਮਝ ਫੇਰ ਨਹੀਂ ਆ ਰਹੀ। ਬਾਈ ਬਿਲਕੁਲ ਆ ਰਹੇ, ਦੇਖਦੇ ਹਾਂ ਕੀ ਸਬਕ ਸਿਖਾਉਂਦੇ ਆ ਜੀ। ਜੀ, ਜੀ, ਜੀ। ਬਿਜਲੀ ਸਮਝੌਤਿਆਂ ਨੂੰ ਲੈ ਕੇ ਵੀ ਪਰਮਿੰਦਰ ਜੀ ਸਰਕਾਰ ਕਾਫੀ ਸਵਾਲਾਂ ਦੇ ਵਿੱਚ ਹੈ। ਜਦੋਂ ਮਨਪ੍ਰੀਤ ਸਿੰਘ ਬਾਦਲ ਹੋਣਾਂ ਨੇ ਪਿੱਛੇ ਵੀ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਇੱਥੇ ਫੇਰ ਚਿਮਨੀਆਂ ਦੇ ਵਿੱਚ ਧੂੰਆਂ ਨਿਕਲੇਗਾ। ਉਧਰ ਬਠਿੰਡੇ ਵਾਲੇ ਉਹ ਬਾਅਦ ਦੇ ਵਿੱਚ ਇਹਨਾਂ ਨੇ ਵੇਚਣ ਲਾ ਦਿੱਤੇ ਜਾਂ ਵੇਚ ਦਿੱਤੇ ਗਏ। ਇਸ ਨੂੰ ਲੈ ਕੇ ਵੀ ਹੁਣ ਸਵਾਲ ਉੱਠਦੇ ਨੇ ਕਿ ਹੁਣ ਰਿਵਿਊ ਕਿਉਂ ਨਹੀਂ ਕਰਵਾਇਆ ਜਾ ਰਿਹਾ, ਕਿਉਂ ਨਹੀਂ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ 25 ਸਾਲ ਦੇ ਲਈ ਜਿਹੜਾ ਲੋਕਾਂ ਨੂੰ ਹਨੇਰੇ ਦੇ ਵਿੱਚ ਧੱਕ ਦਿੱਤਾ ਗਿਆ, ਲੋਕਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਵੱਜ ਰਿਹਾ, ਉਸ ਦਾ ਹਿਸਾਬ ਕਿਉਂ ਨਹੀਂ ਹੁੰਦਾ? ਲਗਾਤਾਰ ਬਿਜਲੀ ਜਿਹੜੀ ਆ ਉਹ ਮਹਿੰਗੀ ਹੁੰਦੀ ਜਾ ਰਹੀ ਹੈ। ਬੋਝ ਚੱਲਣਾ ਪੈਣਾ ਹੈ ਪੰਜਾਬ ਦੇ ਲੋਕਾਂ ਨੂੰ। ਮੈਂ ਉਹੀ ਗੱਲ ਆਪਾਂ ਪਹਿਲਾਂ ਕਰਦੇ ਸੀ ਸੁਖਵਿੰਦਰ ਜੀ, ਕਿ ਜੇ ਲੋਕਾਂ ਨੂੰ ਇੰਨੀ ਸਮਝ ਹੁੰਦੀ, ਇਹਨਾਂ ਦੇ ਮੁੱਦਿਆਂ ਦੇ ਤਾਂ ਨੇੜੇ-ਤੇੜੇ ਲੰਘਣ ਨਹੀਂ ਦਿਆ ਜਾਂਦਾ ਨਾ ਪੰਜਾਬ ਦੇ ਲੋਕਾਂ ਨੂੰ। ਉਹ ਤਾਂ ਮਹਿੰਗਾਈ ਕਰ ਦੋ, ਧਰਮ ਦੇ ਨਾਂ ਤੇ ਲੜਾ ਦੋ, ਧਾਰਮਿਕ ਮਸਲਾ ਕੋਈ ਐਸਾ ਖੜਾ ਕਰ ਦੋ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਹੈ, ਰੌਲਾ ਪਾ ਦੋ, ਉਹ ਉੱਧਰ ਹੀ ਉਲਝ ਜਾਣ। ਜਾਤੀਆਂ 'ਚ ਵੰਡ ਦੋ, ਆਪਸੀ ਜਾਤੀਆਂ 'ਚ ਲੜਾ ਦੋ, ਕੋਈ ਦੰਗੇ ਕਰਾ ਦੋ, ਕੁਛ ਹੋਰ ਕਰ ਦੋ ਇਸ ਤਰ੍ਹਾਂ ਦਾ। ਨਿੱਕੇ-ਮੋਟੇ ਕੰਮਾਂ 'ਚ ਪੰਚਾਇਤਾਂ ਦੇ ਵਿੱਚ ਲੜਾਈ ਪਵਾ ਦੋ, ਗਲੀਆਂ ਨਾਲੀਆਂ 'ਚ ਲੜਾਈ ਪਵਾ ਦੋ। ਇਹ ਉੱਥੇ ਜੋਗੇ ਉੱਥੇ ਹੀ ਸੀਮਿਤ ਕਰ ਰੱਖਿਆ ਇਹਨਾਂ ਲੋਕਾਂ ਨੂੰ। ਇਹਨਾਂ ਗੱਲਾਂ ਬਾਰੇ, ਆਹ ਬਿਜਲੀ ਸਮਝੌਤਿਆਂ ਬਾਰੇ ਚੋਣ ਮੈਨੀਫੈਸਟੋ ਦਾ ਹਿੱਸਾ ਜੀ, ਨਜ਼ਰਸਾਨੀ ਕਰੀ ਜਾਊ, ਪੜਤਾਲ ਕੀਤੀ ਜਾਊਗੀ ਤੇ ਰੱਦ ਕਰੇ ਜਾਣਗੇ ਜੀ। ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ, ਟੋਟਲੀ ਤੁਸੀਂ ਦੇਖ ਲਓ ਕਿ ਕਾਰਪੋਰੇਟਾਂ ਦੇ ਹੱਥ ਵਿੱਚ ਚਾਬੀ ਦਿੱਤੀ ਹੈ ਅਕਾਲੀ ਸਰਕਾਰ ਨੇ, ਔਰ 25 ਸਾਲ ਕਹਿੰਦੇ ਇਹਦਾ ਖਮਿਆਜ਼ਾ ਜਿਹੜਾ ਭੁਗਤਣਾ ਪਊਗਾ ਪੰਜਾਬ ਦੇ ਲੋਕਾਂ ਨੂੰ। ਆਹ ਬਿਜਲੀ ਜਿਹੜੀ ਕਹਿ ਲਓ 2 ਜਾਂ 3 ਰੁਪਏ ਮਸਾਂ ਮਿਲਣੀ ਚਾਹੀਦੀ ਸੀ, ਜਦੋਂ ਪ੍ਰੋਡਕਸ਼ਨ ਇੱਥੇ ਹੋ ਰਹੀ ਹੈ, ਥਰਮਲ ਪਲਾਂਟ ਨੇ ਇੱਥੇ, ਪ੍ਰਦੂਸ਼ਣ ਇੱਥੇ ਫੈਲ ਰਿਹਾ, ਤੇ ਉਹ ਕਿੱਥੇ ਪਹੁੰਚ ਗਈ ਬਿਜਲੀ ਦਾ ਰੇਟ? ਸਬਸਿਡੀ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਫਿਕਸਡ ਚਾਰਜਸ ਨੇ ਕੰਪਨੀਆਂ ਨੂੰ ਦੇਣੇ ਨੇ, ਉਹੀ 31 ਮਾਰਚ 2021 ਤੱਕ 18,850 ਕਰੋੜ ਰੁਪਇਆ ਦੇ ਚੁੱਕੇ ਆ, ਔਰ 5600 ਕਰੋੜ ਰੁਪਇਆ ਕਹਿੰਦੇ ਬਿਨਾਂ ਬਿੱਲ ਲਏ ਦੇ ਰਹੇ ਆ। ਫਿਕਸਡ ਚਾਰਜ ਮਤਲਬ ਹਰ ਸਾਲ ਦਾ ਦੇਣਾ ਹੀ ਦੇਣਾ। ਇੱਕ ਹੋਰ ਦੇਖੋ ਤਰਾਸਦੀ ਕੀ ਆ ਪੰਜਾਬ ਦੇ ਵਿੱਚ, ਜਦੋਂ ਪੀਕ ਤੇ ਹੁੰਦਾ ਲੋਡ, ਜਦੋਂ ਬਿਜਲੀ ਪੂਰੀ ਚਾਹੀਦੀ ਹੁੰਦੀ ਆ ਝੋਨੇ ਦੇ ਸੀਜ਼ਨ ਗਰਮੀਆਂ ਦੇ ਵਿੱਚ, ਠੀਕ ਹੈ, ਉਦੋਂ ਵੀ ਕਹਿੰਦੇ ਇਹਨਾਂ ਨਾਲ ਇੱਦਾਂ ਦਾ ਸਮਝੌਤਾ ਹੋਇਆ ਕੰਪਨੀਆਂ ਨਾਲ, ਪ੍ਰਾਈਵੇਟ ਕੰਪਨੀਆਂ ਨਾਲ, ਕਿ ਇਹ ਬਿਜਲੀ ਦੇਣ ਨਾ ਦੇਣ, ਇਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ, ਕੋਈ ਇਹਨਾਂ ਨੂੰ ਕੁਛ ਕਹਿ ਨਹੀਂ ਸਕਦਾ। ਇਹ ਅਕਾਲੀ ਦਲ ਦੀ ਦੇਣ ਆ, ਠੀਕ ਹੈ। ਉਹ ਤੋਂ ਬਾਵਜੂਦ ਤਲਵੰਡੀ ਸਾਬੋ ਵਾਲਾ ਜਿਹੜਾ ਥਰਮਲ ਪਲਾਂਟ ਹੈ 77 ਦਿਨ, ਤੇ ਰਾਜਪੁਰੇ ਵਾਲਾ ਥਰਮਲ ਪਲਾਂਟ 56 ਦਿਨ ਬੰਦ ਤਾਂ ਰਹਿਣਾ ਹੀ ਰਹਿਣਾ ਹਰ ਸਾਲ, ਤੇ ਉਹਦੇ ਵਿੱਚ ਵੀ ਫਿਕਸਡ ਚਾਰਜ ਦੇ ਵਿੱਚ ਕੋਈ ਕਟੌਤੀ ਨਹੀਂ ਹੋਏਗੀ, ਉਹ ਦੇਣੇ ਹੀ ਪੈਣੇ ਪਏ। ਕੰਪਨੀਆਂ ਦੇ ਦੋਵੇਂ ਹੱਥ ਲੱਡੂ ਨੇ, ਮੌਜਾਂ ਕਰ ਰਹੇ ਨੇ, ਤੇ ਇਹਨਾਂ ਨੇ ਕਿਹੜਾ ਕੈਪਟਨ ਨੇ ਜਾਂ ਸੁਖਬੀਰ ਨੇ ਮੁਗਲੀ ਮਾਰ ਕੇ ਕਮਾਉਣਾ ਜਾਂ ਦਿਹਾੜੀ ਕਰਨੀ ਹੈ ਕਿ ਇਹ ਬਿੱਲ ਤਾਰੀਏ ਇਹਨਾਂ ਦੇ ਕੰਪਨੀਆਂ ਦੇ? ਇਹਨਾਂ ਨੇ ਕੀ ਕਰਨਾ? ਲੋਕਾਂ ਦੀ ਜੇਬਾਂ ਤੇ ਹੀ ਡਾਕੇ ਮਾਰਨੇ ਨੇ। ਤੇ ਲੋਕ ਕੀ ਆ, ਜਿਵੇਂ ਹੁਣ ਪੈਟਰੋਲ ਡੀਜ਼ਲ ਦੀ ਤੁਸੀਂ ਗੱਲ ਕੀਤੀ, ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ, ਕੋਈ ਰੌਲਾ ਪਾ ਰਿਹਾ? ਕੋਈ ਕਿਸੇ ਨੂੰ ਕੋਈ ਬੋਲਿਆ? ਕੋਈ ਨਹੀਂ ਬੋਲਦਾ, ਆਰਾਮ ਨਾਲ ਬੈਠੇ ਨੇ ਘਰਾਂ ਦੇ ਵਿੱਚ ਬੜੇ, ਤੇ ਨਾ ਸਬਕ ਦੇਣਗੇ, ਨਾ ਗੁੱਸਾ ਕਰਦੇ ਨੇ। ਦੇਖੋ ਸਿਆਣੇ ਇੰਨੇ ਨੇ ਜਾਂ ਭਲੇ ਮਾਨਸ ਲੋਕ ਨੇ, ਨਿਮਰਤਾ ਵਾਲੇ ਬੰਦੇ ਨੇ, ਕੋਈ ਗੁੱਸਾ ਨਹੀਂ ਕਰਦੇ। ਜਿੰਨਾ ਮਰਜ਼ੀ ਸਾਨੂੰ ਮਾਰ ਲਓ, ਕੁੱਟ ਲਓ, ਸਾਡੇ ਤੇ ਮਹਿੰਗਾਈ ਦਾ ਬੋਝ ਪਾ ਦਿਓ, ਟੈਕਸ ਪਾ ਦਿਓ, ਜਿੰਨੇ ਮਰਜ਼ੀ ਤੁਸੀਂ ਖਾ ਲਓ, ਕੱਪੜੇ ਕਰ ਲਓ, ਕੋਈ ਚੱਕਰ ਨਹੀਂ। ਅਸੀਂ ਨਹੀਂ ਤੁਹਾਨੂੰ ਸਬਕ ਸਿਖਾਉਣਾ, ਅਸੀਂ ਤਾਂ ਵੋਟ ਉੱਥੇ ਹੀ ਪਾਵਾਂਗੇ, ਅਸੀਂ ਤਾਂ ਅਕਾਲੀ ਹਾਂ, ਅਸੀਂ ਕਾਂਗਰਸੀ ਹਾਂ, ਅਸੀਂ ਫਲਾਣਾ, ਅਸੀਂ ਢਿੰਗੜਾ ਹੈ। ਕੋਈ ਬਦਲ ਨਹੀਂ, ਨਾ ਕੋਈ ਸੋਚ ਹੈ, ਆਪਣੇ ਤੱਕ ਸੀਮਿਤ ਹੋ ਕੇ ਰਹਿ ਗਏ ਲੋਕ। ਇੱਥੇ ਲੋਕਾਂ ਦਾ ਕਸੂਰ ਹੈ, ਲੋਕਤੰਤਰ ਹੈ ਨਾ, ਕਸੂਰ ਲੋਕਾਂ ਦਾ ਹੈ, ਇਹਨਾਂ ਦਾ ਕਸੂਰ ਨਹੀਂ। ਇਹ ਤਾਂ ਆਪਣਾ ਧਰਮ ਨਿਭਾ ਰਹੇ ਨੇ ਸਿਆਸਤ ਦਾ, ਇਹਨਾਂ ਨੇ ਤਾਂ ਲੁੱਟ ਕੇ ਖਾਣਾ ਹੈ ਤੇ ਖਾ ਰਹੇ ਨੇ। ਕਿਹਨੇ ਨਹੀਂ ਖਾਇਆ ਅੱਜ ਤੱਕ? ਕਿਹਨੇ ਖਾਇਆ? ਆਜ਼ਾਦੀ ਤੋਂ ਬਾਅਦ 10 ਦਿਨੋਂ ਪਹਿਲਾਂ ਅੰਗਰੇਜ਼ ਖਾਈ ਗਏ, ਉਹਨਾਂ ਨੂੰ ਮਸਾਂ ਕੱਢਿਆ ਸੀ। ਹੁਣ ਇਹ ਤੁਹਾਡੇ ਆਪਣੇ, ਇਹਨਾਂ ਨੂੰ ਆਪ ਲਿਆ ਕੇ ਤੁਸੀਂ ਬਿਠਾਉਂਦੇ ਹੋ, ਕੁਰਸੀਆਂ ਦਿੰਦੇ ਹੋ, ਇਹਨਾਂ ਨੂੰ ਬਿਠਾਉਂਦੇ ਹੋ, ਇਹ ਫਿਰ ਰੱਜ ਕੇ ਲੁੱਟਦੇ ਨੇ ਤੇ ਕੁੱਟਦੇ ਨੇ, ਤੇ ਭੁਗਤੋ ਫਿਰ ਅੱਗੇ ਭੁਗਤਣਾ ਹੀ ਪੈਣਾ। ਹਾਲੇ ਵੀ ਮਤਲਬ ਕਹਿ ਲਓ ਸਮਾਂ ਹੈ, ਸੋਚਣ ਦਾ ਸਮਾਂ ਹੈ ਲੋਕਾਂ ਕੋਲ।
ਜੇ ਕੁਛ ਕਰ ਸਕਣ ਇਹ, ਆਪਾ ਭਾਵ ਛੱਡ ਕੇ, ਨਿੱਜਤਾ ਨੂੰ ਛੱਡ ਕੇ, ਇੱਕ ਦੂਜੇ ਦੇ ਕੰਮ ਆਉਣ, ਇੱਕ ਦੂਜੇ ਨਾਲ ਰਲ ਕੇ ਚੱਲ ਕੇ, ਸਿਆਸਤ ਦੇ ਵਿੱਚ ਆ ਕੇ ਪੈਰ ਜਮਾਣ ਇਹ, ਸਿਆਸਤ ਦੇ ਵਿੱਚ ਕੁੱਦਣ ਇਹ ਲੋਕ, ਆਮ ਲੋਕ, ਤਾਂ ਲੋਕਤੰਤਰ ਸਾਹਮਣੇ ਆਏਗਾ। ਨਹੀਂ ਤਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਤਾਨਾਸ਼ਾਹੀ ਹੈ ਤੇ ਚੱਲਦੀ ਰਹੂਗੀ। ਜੀ। ਬਿਲਕੁਲ, ਬਿਲਕੁਲ। ਅਗਲੀ ਖਬਰ ਮਾਫੀਏ ਦੇ ਨਾਲ ਜੁੜੀ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਧਰ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀ ਜੋਹਲ ਤੇ ਦੂਜੇ ਪਾਸੇ ਰਾਜਾ ਵੜਿੰਗ ਕਾਂਗਰਸ ਦੇ ਵਿਧਾਇਕ ਨੇ ਇੱਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਕਰ ਰਹੇ ਨੇ। ਪਰ ਗੱਲ ਤਾਂ ਇਹ ਹੈ ਕਿ ਕੀ ਇਹਨਾਂ ਮਾਮਲਿਆਂ ਦੀ ਜਾਂਚ ਹੋਏਗੀ ਜਾਂ ਫਿਰ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਲਈ ਇਹੋ ਜਿਹਾ ਕੁਝ ਕੀਤਾ ਜਾਂਦਾ? ਸੁਖਵਿੰਦਰ ਜੀ, ਇੱਕ ਗੱਲ ਆਪਾਂ ਵੈਸੇ ਹੀ ਆਪਾਂ ਗੱਲ ਕਰਦੇ ਹਾਂ, ਚਲੋ ਲੋਕਾਂ ਨੂੰ ਪੁੱਛਣਾ ਵੀ ਚਾਹੁੰਦੇ ਹਾਂ ਇਹ ਜਿਹਾ, ਚਾਹੇ ਰਾਜਾ ਵੜਿੰਗ ਹੈ, ਚਾਹੇ ਸਰੂਪ ਚੰਦ ਸਿੰਗਲਾ ਹੋ ਗਏ, ਜਾਂ ਹੋਰ ਵੀ ਜਿਹੜੇ ਵੀ ਹੈਗੇ ਨੇ, ਚਾਹੇ ਹਰਸਿਮਰਤ ਕੌਰ ਬਾਦਲ ਨੇ, ਜਿਹੜੇ ਜਿਹੜੇ ਫੇਸਬੁੱਕ ਤੇ ਸ਼ੇਅਰ ਕਰ ਰਹੇ ਨੇ, ਹੁਣ ਅਕਾਲੀ ਦਲ ਬੜਾ ਬੋਲ ਰਿਹਾ ਹੈ ਕਿ ਜਦੋਂ ਕੋਈ ਬੰਦਾ ਜਾ ਕੇ ਦੇਖ ਕੇ ਕੋਈ ਵੀਡੀਓ ਵਾਇਰਲ ਕਰਦੇ ਜਾਂ ਕੋਈ ਦੱਸ ਦੇਵੇ, ਉਦੋਂ ਹੀ ਪਤਾ ਲੱਗਦਾ ਇਹ ਇਹਨਾਂ ਚੀਜ਼ਾਂ ਦਾ। ਪਹਿਲਾਂ ਪੁਲਿਸ ਪ੍ਰਸ਼ਾਸਨ ਜਾਂ ਹੋਰ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਹੈ, ਉਹ ਕੀ ਕਰ ਰਿਹਾ ਹੁਣ? ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਇਹ? ਉਹਨਾਂ ਨੂੰ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਮੰਗਦੇ ਇਹ? ਇਹ ਠੀਕ ਹੈ, ਮਨਪ੍ਰੀਤ ਬਾਦਲ ਨੇ ਤਾਂ ਭ੍ਰਿਸ਼ਟਾਚਾਰ ਖਤਮ ਕਰਤਾ ਸੀ ਜਦੋਂ ਉਹ ਟਰੱਕ ਡਰਾਈਵਰ ਪੁਲਿਸ ਵਾਲਾ ਕੋਈ 100 ਰੁਪਇਆ ਲੈਂਦਾ ਸੀਗਾ, ਉਦੋਂ ਫੜ ਲਿਆ ਸੀ ਕੋਈ, ਹਨਾ? ਉਸ ਟਾਈਮ ਖਤਮ ਕਰਤਾ ਸੀ, ਉਹ ਬੜਾ ਵੱਡੀ ਕਾਰਵਾਈ ਕਰਤੀ ਸੀ ਨਾ। ਮੁੜ ਕੇ ਤਾਂ ਮੇਰੇ ਖਿਆਲ ਆ ਛੋਟੀਆਂ-ਮੋਟੀਆਂ ਚੀਜ਼ਾਂ ਨੇ, ਇਹਨਾਂ ਦੇ ਵੱਲ ਧਿਆਨ ਨਹੀਂ ਦਿੰਦੇ ਇਹ। ਉਹ ਵੱਡੇ ਨੇ, ਉਹ ਵੱਡੇ ਘਪਲੇ ਫੜਦੇ ਨੇ, 100-100 ਰੁਪਏ ਲੈਂਦੇ ਲੋਕਾਂ ਨੂੰ ਫੜਦੇ ਨੇ ਉਹ। ਤੇ ਆਹ ਵੱਡੇ ਟਰੱਕ ਮਾਈਨਿੰਗ ਕਰੋੜਾਂ ਅਰਬਾਂ ਰੁਪਇਆ, ਇਹ ਛੋਟੀਆਂ ਚੀਜ਼ਾਂ ਨੇ। ਤੇ ਉਹ ਜੇ ਏਦਾਂ ਦੀ ਗੱਲ ਸੀ, ਉਹਨਾਂ ਦੇ ਗੜ੍ਹਾਂ ਇੱਥੇ ਗੜ੍ਹ ਨੇ, ਬਠਿੰਡਾ ਕਿਹਦਾ ਗੜ੍ਹ ਨਹੀਂ ਹੈਗਾ? ਇਹਦਾ ਮਤਲਬ ਜਦੋਂ ਚੋਣਾਂ ਆ ਗਈਆਂ ਉਦੋਂ ਹੀ ਦੌਰੇ ਕਰਨੇ ਹੁੰਦੇ ਨੇ। ਉਦੋਂ ਹੀ ਇਹਨਾਂ ਨੇ ਉਹ ਕਹਿ ਲਓ ਵੀ ਘਰਾਂ ਦੀਆਂ ਦੇਹੜੀਆਂ ਟੱਪਣੀਆਂ ਹੁੰਦੀਆਂ ਨੇ ਜਾਂ ਇਲਾਕਾ ਦੇਖਣਾ ਹੁੰਦਾ। ਮੁੜ ਕੇ ਕੋਈ ਸਾਰ ਨਹੀਂ ਲੈਂਦਾ। ਕਿੱਥੇ ਵਿਰੋਧੀ ਧਿਰ ਅੱਜ? ਜੇ ਆਹ ਚੀਜ਼ ਹੋ ਰਹੀ ਹੈ ਤਾਂ ਇਹਦੇ ਤੇ ਕਾਰਵਾਈ ਕੌਣ ਕਰਵਾਊਗਾ? ਰਾਜਾ ਵੜਿੰਗ ਵਰਗੇ ਬੋਲਦੇ ਨੇ, ਅੱਜ ਬੋਲਦੇ ਨੇ, ਪਰ ਉਹ ਸੁੱਤੇ ਪਏ ਨੇ, ਪਹਿਲਾਂ ਨਹੀਂ ਪਤਾ ਲੱਗਦਾ ਉਹਨਾਂ ਨੂੰ। ਅੱਜ ਸਾਰਾ ਕੁਛ ਚੋਣਾਂ ਆ ਗਈਆਂ, ਹਰ ਕੋਈ ਚਮਕਾ ਰਿਹਾ, ਜਾਂ ਸਰੂਪ ਚੰਦ ਸਿੰਗਲਾ ਨੂੰ ਅੱਜ ਹੀ ਪਤਾ ਲੱਗਿਆ ਸੀਗਾ। ਕਹਿਣ ਤੋਂ ਭਾਵ ਇਹ ਆ ਕਿ ਜਦੋਂ ਕਾਰਵਾਈ ਕਰਨੀ ਹੁੰਦੀ ਹੈ, ਜਦੋਂ ਇਹ ਸਾਰੇ ਸੀਰੀਅਸ ਹੋਣ, ਗੰਭੀਰ ਹੋਣ, ਤਾਂ ਹੀ ਮਸਲੇ ਦਾ ਹੱਲ ਤਾਂ ਹੀ ਹੋਊਗਾ ਨਾ। ਹੁਣ ਆ ਕੇ ਤੁਸੀਂ ਆਪਣੀ ਲੀਡਰੀ ਚਮਕਾਓਗੇ, ਚਾਹੇ ਕੁਛ ਹੈ, ਘਪਲੇ ਅੱਜ ਦੇ ਹੋ ਰਹੇ ਨੇ, ਫੜਾਓ, ਕਾਰਵਾਈ ਕਰਾਓ, ਅੰਦਰ ਅੰਦਰ ਦਓ ਉਹਨਾਂ ਨੂੰ, ਲਾਓ ਅੱਜ ਜਾਮ, ਇਕੱਠੇ ਹੋ ਕੇ ਸਾਰੇ ਆਉਣ, ਅਕਾਲੀ ਦਲ ਆਵੇ ਨਾਲ, ਰਾਜਾ ਵੜਿੰਗ ਬੈਠੇ ਨਾਲ, ਆਮ ਆਦਮੀ ਪਾਰਟੀ ਵਾਲੇ ਆਉਣ, ਕਰੋ ਸੜਕਾਂ ਬੰਦ ਜਿਵੇਂ ਲੋਕ ਕਰਦੇ ਨੇ। ਬਿਲਕੁਲ। ਜਾਣ ਕੈਪਟਨ ਦਾ ਘੇਰਨ ਮਹਿਲ, ਤੇ ਕਰੋ ਇਹਨੂੰ ਅੰਦਰ। ਕੌਣ ਆ ਬੰਦਾ ਇਹ? ਜਿਹੜਾ ਮਰਜ਼ੀ ਹੋਵੇ। ਤੇ ਆਪਸ ਵਿੱਚ ਉਲਝ ਕੇ ਕੀ ਹੋ ਜਾਊਗਾ? ਲੋਕਾਂ ਨੂੰ ਦਿਖਾ ਰਹੇ ਕਿ ਅਸੀਂ ਤੁਹਾਡੀ ਗੱਲ ਕਰਤੀ, ਮੀਡੀਆ 'ਚ ਆ ਗਏ, ਅਸੀਂ ਵਾਹ ਵਾਹ ਹੋ ਗਈ, ਬਸ ਉੱਥੇ ਤੱਕ ਸੀਮਿਤ ਹੈ। ਤੁਹਾਡੇ ਸਾਹਮਣੇ ਕਾਰਵਾਈ ਕੀ ਹੋਊਗੀ ਅੱਗੇ, ਹਾਲੇ ਕੁਛ ਕਹਿ ਨਹੀਂ ਸਕਦੇ ਆਪਾਂ, ਪਰ ਲੱਗਦਾ ਕਿ ਜਿਵੇਂ ਹੋਰ ਘਪਲੇ ਵੱਡੇ ਵੱਡੇ ਹੋਏ ਨੇ, ਹੁੰਦੇ ਵੀ ਰਹਿਣੇ ਆ, ਪਰ ਇਹਨਾਂ ਦੇ ਸਿਰ ਤੇ ਕੋਈ ਜੂੰ ਨਹੀਂ ਸਰਕਣੀ। ਇਹ 5 ਸਾਲਾਂ ਦੇ ਵਿੱਚ 4.5 ਸਾਲ ਐਸ਼ ਕਰਦੇ ਨੇ, ਐਸ਼ ਪ੍ਰਸਤੀਆਂ, ਮੌਜ ਮਸਤੀਆਂ, ਖਾਂਦੇ ਪੀਂਦੇ, ਸਹੂਲਤਾਂ ਮਾਣਦੇ ਨੇ। 4.5 ਸਾਲ ਤੋਂ ਬਾਅਦ ਜਿਹੜਾ 6 ਕੁ ਮਹੀਨੇ ਹੁੰਦੇ ਨੇ, ਉਦੋਂ ਇਹ ਜਿਵੇਂ ਬਰਸਾਤੀ ਡੱਡੂ ਬਾਹਰ ਨਿਕਲ ਕੇ ਆਉਂਦੇ ਨੇ, ਉਵੇਂ ਇਹ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਮੁੱਦੇ ਲੈ ਕੇ ਅਟੈਕ ਕਰਦੇ ਨੇ, ਇੱਕ ਤਰ੍ਹਾਂ ਦਾ ਲੋਕਾਂ ਨੂੰ ਭਰਮਾਉਂਦੇ ਨੇ। ਬਿਲਕੁਲ। ਸ਼ਰਟਸ ਗਿੱਲੀਆਂ ਕਰ ਲੈਂਦੇ ਨੇ ਕਿ ਅਸੀਂ ਬਹੁਤ ਗਰਮੀ ਦੇ ਵਿੱਚ ਤੁਹਾਡੇ ਕਰਕੇ ਭਿੱਜੇ। ਉਹ ਚੀਜ਼ਾਂ ਦਾ ਹੁਣ ਮੇਰੇ ਖਿਆਲ ਲੋਕਾਂ ਨੂੰ ਫੇਰ ਤੀਜੀ ਵਾਰ ਫੇਰ ਕਹਿ ਰਿਹਾ ਮੈਂ, ਲੋਕਾਂ ਨੂੰ ਹੁਣ ਸਮਝ 'ਚ ਲੈਣਾ ਚਾਹੀਦਾ, ਇਹਨੂੰ ਪਛਾਣਨਾ ਚਾਹੀਦਾ ਇਹਨਾਂ ਲੋਕਾਂ ਨੂੰ, ਇਹ ਕੀ ਕਰਨਾ ਹੈ, ਕੀ ਕਰਨਾ ਇਹਨੇ ਤੁਹਾਡੇ ਕੋਲ, ਪਹਿਲਾਂ ਕਿਉਂ ਨਹੀਂ ਆਏ? ਜੀ। ਬਿਲਕੁਲ, ਬਿਲਕੁਲ, ਬਿਲਕੁਲ। ਉੱਧਰ ਦੂਜੇ ਪਾਸੇ ਅਕਾਲੀ ਦਲ ਤੇ ਬਸਪਾ ਜਦੋਂ ਦਾ ਗੱਠਜੋੜ ਹੋਇਆ, ਉਦੋਂ ਦੀਆਂ ਜਿਹੜੀਆਂ ਬਗਾਵਤਾਂ ਨੇ, ਉਹ ਅਕਾਲੀ ਦਲ 'ਚ ਵੀ ਕਿਤੋਂ ਨਾ ਕਿਤੋਂ ਦਿਖ ਰਹੀਆਂ, ਤੇ ਬਸਪਾ ਤਾਂ ਕੁਝ ਜ਼ਿਆਦਾ ਹੀ ਵਧੀਆਂ ਹੋਈਆਂ ਨੇ। ਰਿਸ਼ਪਾਲ ਸਿੰਘ ਰਾਜੂ ਜਿਹੜੇ ਸਾਬਕਾ ਸੂਬਾ ਪ੍ਰਧਾਨ ਬਸਪਾ ਦੇ ਰਹੇ ਨੇ, ਉਹ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਹਨੂੰ ਕਿੱਦਾਂ ਦੇਖਦੇ ਹੋ? ਸੀਟਾਂ ਦੀ ਵੰਡ ਨੂੰ ਲੈ ਕੇ ਮਾਇਆਵਤੀ ਆਪਣੇ ਫੈਸਲੇ ਤੇ ਵਜ਼ਿੱਦ ਨੇ। ਮਤਲਬ ਇਹੀ ਗੱਲ ਹੋਊਗੀ ਕਿ ਹਾਈ ਕਮਾਨ ਨੇ ਜੋ ਕਹਿਤਾ ਸੋ ਕਹਿਤਾ। ਹਾਈ ਕਮਾਂਡ ਤਾਂ ਫਿਰ ਇਹੀ ਕਰਦੀ, ਹਾਈ ਕਮਾਂਡ ਦਾ ਤਾਂ ਮਤਲਬ ਇਹੀ ਹੈ। ਹਾਈ ਕਮਾਂਡ ਕਾਹਦੀ ਹੋਈ ਫਿਰ? ਜੋ ਕਹਿਤਾ ਕਰੇ ਨਾ, ਉਹਦਾ ਤਾਂ ਆਰਡਰ ਚੱਲਣਾ, ਉਹਦਾ ਆਰਡਰ ਚੱਲੇਗਾ ਹੀ ਚੱਲੇਗਾ। ਜਿਹਨੇ ਜਿਹੜਾ ਉਹ ਤੋਂ ਬਾਕੀ ਹੋਏਗਾ, ਵਪਾਰ ਦਾ ਰਸਤਾ ਹੈ। ਆਹੀ ਸਾਰੀ ਪਾਰਟੀਆਂ 'ਚ ਆਹੀ ਰੌਲਾ ਇਹੀ ਹੈ। ਕਾਂਗਰਸ ਦੇਖ ਲਓ, ਉੱਥੇ ਵੀ ਹਾਈ ਕਮਾਂਡ ਦੀ ਚੱਲਦੀ ਹੈ। ਅਕਾਲੀ ਦਲ ਦੇ ਇੱਥੋਂ ਬਾਦਲ ਸੁਪਰੀਮੋ ਨੇ, ਉੱਥੋਂ ਉਹਨਾਂ ਦੀ ਚੱਲਦੀ ਹੈ। ਆਮ ਆਦਮੀ ਪਾਰਟੀ ਦੇਖ ਲਓ, ਉੱਥੇ ਸੁਪਰੀਮੋ ਕੇਜਰੀਵਾਲ, ਤੇ ਇੱਧਰ ਮਾਇਆਵਤੀ ਆ ਗਈ। ਇਹ ਸੁਪਰੀਮੋ ਬਣੇ ਹੋਏ ਨੇ, ਤੇ ਜੇ ਇਹਨਾਂ ਤੋਂ ਪਾਸੇ ਹੋ ਕੇ ਸਹਿਮਤੀ ਇਹਨਾਂ ਨਾਲ ਪ੍ਰਗਟ ਕਰੂਗਾ, ਉਹ ਬਾਹਰ ਹੋਊਗਾ। ਚਾਹੇ ਉਹ ਜਿਵੇਂ ਹੁਣ ਮੋਦੀ ਹੈ, ਮੋਦੀ ਦੇ ਕੋਈ ਸਹਿਮਤੀ ਪ੍ਰਗਟ ਕਰਕੇ ਦਿਖਾਵੇ ਭਾਜਪਾ ਦਾ,
ਆਸ਼ ਬਣੀ ਇਹਨਾਂ ਨੇ ਅਨਿਲ ਜੋਸ਼ੀ ਉਹਨਾਂ ਨੇ ਸਿਰ ਚੱਕਿਆ ਹੈ, ਦੇਖੋ ਕਿੰਨਾ ਵਿਰੋਧ ਹੋ ਗਿਆ ਸ਼ੁਰੂ ਪਾਰਟੀ ਦੇ ਵਿੱਚ ਇਹਨਾਂ ਦਾ। ਤੇ ਉਹ ਇਹ ਸੁਪਰੀਮੋ ਦੇ ਅਗੇਂਸਟ ਜੇ ਜਾਵੇਗਾ ਤਾਂ ਉਹ ਤਾਂ ਏਦਾਂ ਹੀ ਕਰੇਗਾ। ਹੁਣ ਉਹਨਾਂ ਨੇ ਪਾਰਟੀ ਦੀਆਂ 20 ਸੀਟਾਂ ਲਈਆਂ ਨੇ, ਬੀਐਸਪੀ ਨੇ, ਕਹਿੰਦੇ 20 ਨਾਲ ਅਸੀਂ ਸੈਟਿਸਫਾਈ ਆ, ਤੇ ਸੈਟਿਸਫਾਈ ਹੈਗੇ ਨੇ। ਜੇ ਮਾਇਆਵਤੀ ਸੈਟਿਸਫਾਈ ਹੈ ਤਾਂ ਸੈਟਿਸਫਾਈ ਹੈਗੇ ਨੇ। ਹਾਲਾਂਕਿ ਦੋਸ਼ ਇਹ ਲਾ ਰਹੇ ਨੇ ਉਹ ਸ਼ਾਲੀਮਾਰ ਅਸਤੀਫਾ ਦੇ ਗਿਆ। ਇੱਧਰ ਰਾਜੂ ਰਿਸ਼ਪਾਲ ਜਿਹੜਾ ਹੈਗਾ ਇਹ ਕੱਢਤਾ ਪਾਰਟੀ ਚੋਂ। ਇਹ ਕਹਿੰਦੇ ਵੀ ਸਾਨੂੰ ਸੀਟਾਂ ਤੇ ਅਸੀਂ ਸਹਿਮਤ ਹੈ, ਸੀਟਾਂ ਤੋਂ ਵੱਧ ਸੀਟਾਂ ਵੀ ਚਾਹੀਦੀਆਂ ਸੀ ਤੇ ਥਾਂ ਵੀ ਹੋਰ ਹਲਕੇ ਵੀ ਹੋਰ ਚਾਹੀਦੇ ਸੀਗੇ। ਤੇ ਇਹਨਾਂ ਨੇ ਦੇਖਿਆ ਕਿ ਮਾਇਆਵਤੀ ਦੇ ਖਿਲਾਫ ਬੋਲਿਆ ਜਾ ਰਿਹਾ, ਮਾਇਆਵਤੀ ਦੇ ਫੈਸਲੇ ਦੇ ਉਲਟ ਬੋਲਿਆ ਜਾ ਰਿਹਾ। ਮਾਇਆਵਤੀ ਨੇ ਜੋ ਕਹਿ ਤਾ ਠੀਕ ਹੈ, ਉਹ ਬਾਹਰ ਕੱਢ ਗਏ, ਇੱਕ ਅਸਤੀਫਾ ਦੇ ਗਿਆ। ਤੇ ਤੁਸੀਂ ਕੀ ਕਹਿੰਦੇ ਹੋ ਕਿ ਹੁਣ 20 ਸੀਟਾਂ ਦੇ ਉੱਤੇ ਇਹ ਚੋਣਾਂ ਜਿੱਤ ਜਾਣਗੇ? ਪਹਿਲਾਂ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਇਕੱਲਿਆਂ ਲੜ ਕੇ ਆਪਣੇ ਪਰ ਤੋਲਣੇ ਚਾਹੀਦੇ ਸੀਗੇ। ਬੀਐਸਪੀ ਨੂੰ ਇੱਥੇ ਪੰਜਾਬ ਦੇ ਵਿੱਚ ਮੌਕਾ ਸੀਗਾ, ਖਾਸ ਕਰ ਘੱਟੋ ਘੱਟ ਜਦੋਂ ਸਾਰੀਆਂ ਪਾਰਟੀਆਂ ਦਲਿਤ ਪੱਤਾ ਖੇਡ ਰਹੀਆਂ ਨੇ ਤੇ ਇਹ ਸਮਝੌਤਾ ਕਰਨ ਬੈਠ ਗਏ। ਤੇ ਦਲਿਤ ਪੱਤਾ ਵੀ ਸੀਐਮ, ਡਿਪਟੀ ਸੀਐਮ ਅਸੀਂ ਦਲਿਤ ਬਿਠਾਵਾਂਗੇ। ਬਾਕੀਆਂ ਲੋਕਾਂ ਨੂੰ, ਬਾਕੀ ਪਾਰਟੀਆਂ ਨੂੰ ਕੀ ਲੋੜ ਪਈ ਸੀ ਅੱਜ ਦਲਿਤ ਪੱਤਾ ਖੇਡਣ ਦੀ? ਲੱਗ ਰਿਹਾ ਸੀ ਨਾ ਕਿ ਦਲਿਤ ਵੋਟ ਬੈਂਕ ਵੱਡਾ ਤਕੜਾ ਹੈਗਾ ਹੈ, ਇਹ ਵਿਹਲਾ ਪਿਆ ਹੈ, ਇਹਨੂੰ ਨੇੜੇ ਲਾਉਣਾ ਜ਼ਰੂਰੀ ਹੈ। ਤਾਂ ਉਹ ਬੀਐਸਪੀ ਨਾਲ ਜੁੜਿਆ ਹੋਇਆ ਸੀ ਨਾ। ਅੱਜ ਬੀਐਸਪੀ ਦੀ ਯਾਦ ਅਕਾਲੀ ਦਲ ਨੂੰ ਵੀ ਕਿਉਂ ਆ ਗਈ 25 ਸਾਲ ਬਾਅਦ? ਇਹ ਗੱਲ ਇਹਨਾਂ ਦੇ ਸੁਪਰੀਮੋ ਨੇ ਜਾਂ ਤਾਂ ਉਹਨਾਂ ਕੋਲ ਪਹੁੰਚੀ ਨਹੀਂ ਜਾਂ ਉਹਨਾਂ ਨੇ ਅਣਦੇਖੀ ਕੀਤੀ ਹੈ ਕਿਸੇ ਹੋਰ ਲਾਲਚ ਨੂੰ। ਤੇ ਕਹਿ ਸਕਦੇ ਹਾਂ ਕਿ ਹੁਣ ਆਪਾਂ ਆਪਣੇ ਪੈਰੀਂ ਆਪ ਕੁਹਾੜਾ ਮਾਰੇ ਤੇ ਨੁਕਸਾਨ ਤਾਂ ਏਦਾਂ ਹੋਏਗਾ ਤੇ ਝੱਲਣਾ ਵੀ ਪਏਗਾ ਬੀਐਸਪੀ ਨੂੰ। ਠੀਕ। ਬਿਲਕੁਲ, ਬਿਲਕੁਲ, ਬਿਲਕੁਲ। ਜੰਮੂ ਕਸ਼ਮੀਰ ਤੋਂ ਅਗਲੀ ਖਬਰ ਹੈ। ਉੱਥੇ ਕਸ਼ਮੀਰ ਦੇ ਵਿੱਚ ਇੱਕ ਸਿੱਖ ਕੁੜੀ ਦਾ ਨਿਕਾਹ ਹੋਇਆ ਮੁਸਲਿਮ ਨੌਜਵਾਨ ਦੇ ਨਾਲ। ਕਾਫੀ ਰੌਲਾ ਰੱਪਾ ਪਿਆ ਇਸ ਚੀਜ਼ ਨੂੰ ਲੈ ਕੇ ਕਿ ਆਖਿਰਕਾਰ ਇਹ ਕਿਸ ਤਰ੍ਹਾਂ ਹੋ ਗਿਆ। ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਪੂਰਾ ਸਾਥ ਦਿੱਤਾ ਉੱਥੇ ਉਸ ਪਰਿਵਾਰ ਦਾ। ਦੇਖੋ, ਮੈਂ ਇਸ ਨੂੰ ਸੁਖਵਿੰਦਰ ਜੀ ਸਿੱਧੇ ਤੌਰ ਤੇ ਐਂ ਜੋੜਦਾ ਕਿ ਜਿਵੇਂ-ਜਿਵੇਂ 2024 ਨੇੜੇ ਆਉਣਾ ਹੈ, ਜਿਵੇਂ-ਜਿਵੇਂ 2022 ਆਉਣਾ ਹੈ, ਜਿਵੇਂ-ਜਿਵੇਂ ਹੋਰ ਸਟੇਟਾਂ ਦੇ ਵਿੱਚ ਚੋਣਾਂ ਹੋਣਗੀਆਂ, ਇਵੇਂ ਇਹਨਾਂ ਸਟੇਟਸ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਸਥਿਤੀ ਜਿਹੜੀ ਉਹ ਕਹਿ ਲਓ ਗੰਭੀਰ ਬਣ ਜਾਂਦੀ ਹੈ, ਆਪਾਂ ਕਹਿ ਸਕਦੇ ਹਾਂ ਕਿ ਤਣਾਅਪੂਰਨ ਬਣ ਜਾਂਦੀ ਹੈ ਜਾਂ ਵਿਸਫੋਟਕ ਬਣ ਜਾਂਦੀ ਹੈ ਸਥਿਤੀ, ਉਹਨਾਂ ਸਟੇਟਸ ਦੇ ਵਿੱਚ ਇੱਦਾਂ ਦਾ ਕੰਮ ਹੋਣਾ ਸ਼ੁਰੂ ਹੋ ਜਾਣਾ ਹੈ। ਇਹ ਚੋਣਾਂ ਨਾਲ ਰਿਲੇਟਡ ਚੀਜ਼ਾਂ ਮੈਂ ਜੋੜਦਾ। ਮੈਂ ਤਾਂ ਇਹਨਾਂ ਤੋਂ ਇਸ ਤੋਂ ਬਿਨਾਂ ਇਹ ਹੁੰਦਾ ਹੀ ਨਹੀਂ। ਜਿਵੇਂ ਹੁਣ ਦੇਖੋ, ਜੰਮੂ ਕਸ਼ਮੀਰ ਦੇ ਵਿੱਚ ਡਰੋਨ ਅਟੈਕ ਵੀ ਹੋਇਆ, ਤੁਸੀਂ ਪਤਾ ਹੀ ਹੈ ਤੁਹਾਨੂੰ। ਠੀਕ ਹੈ, ਇੱਕ ਡਰੋਨ ਆਉਂਦਾ ਹੈ ਤੇ ਜਾਂਦਾ ਕਿੱਥੇ ਹੈ? ਜਿੱਥੇ ਪੂਰੀ ਸਿਕਿਉਰਿਟੀ ਹੁੰਦੀ ਹੈ। ਏਅਰ ਫੋਰਸ ਦਾ ਸਟੇਸ਼ਨ ਆ, ਉੱਥੇ ਜਾਂਦਾ, ਉੱਥੇ ਵਿਸਫੋਟ ਕਰਦਾ, ਵਿਸਫੋਟਕ ਸਮਾਨ। ਤੇ ਸਾਡੀ ਸਿਕਿਉਰਿਟੀ ਕਿੱਥੇ? ਫਿਰ ਜਿਹਦੇ ਦਾਅਵੇ ਵਾਅਦੇ ਅੱਜ ਕਰੇ ਜਾਂਦੇ ਨੇ, ਪ੍ਰਧਾਨ ਮੰਤਰੀ ਸਾਡੇ ਕਰਦੇ ਨੇ ਕਿ ਚਿੜੀ ਨਹੀਂ ਫੜਕਣ ਦੇਣੀ ਹੈ, ਕਰ ਦਾਂਗੇ। ਇੰਨਾ ਮਤਲਬ ਕਹਿ ਲਓ ਸੈਂਸਿਟਿਵ ਏਰੀਆ ਹੋਵੇ, ਜਿੱਥੇ ਚਾਰੇ ਪਾਸੇ ਪੂਰੀ ਸਿਕਿਉਰਿਟੀ ਹੋਵੇ, ਉੱਥੇ ਇੱਕ ਡਰੋਨ ਦਾ ਪਤਾ ਹੀ ਨਹੀਂ ਇੱਕਦਮ ਆ ਕੇ ਤਾਂ ਨਹੀਂ ਡਿੱਗ ਗਿਆ ਹੋਊ। ਇੱਥੋਂ ਤਾਂ ਉਡਾਨ ਭਰ ਕੇ ਕਿਤੇ ਕਿਸੇ ਰਸਤੇ ਤਾਂ ਆਇਆ ਹੋਊਗਾ। ਕਾਹਦੀ ਸਿਕਿਉਰਿਟੀ ਹੈ? ਸੋ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਉਹ ਲੜਕੀ ਵਾਲੀ, ਉੱਥੇ ਧੱਕਾ ਤਾਂ ਹੋਇਆ ਹੀ ਆ, ਪਤਾ ਹੀ ਹੈ ਤੁਹਾਨੂੰ। ਧੱਕਾ ਹੋਇਆ, ਅਗਵਾਹ ਹੋਇਆ, ਅਗਵਾ ਕੀਤਾ ਗਿਆ, ਫਿਰ ਕਚਹਿਰੀਆਂ ਦੇ ਕੋਰਟ ਦੇ ਵਿੱਚ ਜਿੱਥੇ ਪੇਸ਼ ਕਰਨ ਲਈ ਲਿਆਂਦਾ ਗਿਆ, ਉੱਥੇ ਪਰਿਵਾਰ ਨੂੰ ਨਹੀਂ ਅੰਦਰ ਆਉਣ ਦਿਆ ਗਿਆ, ਉਹਨੂੰ ਰੋਕ ਲਿਆ ਗਿਆ। ਤੇ ਸਾਡੀਆਂ ਸਿੱਖ ਜਥੇਬੰਦੀਆਂ ਇੱਕਦਮ ਇਕੱਠੀਆਂ ਤਾਂ ਹੋਈਆਂ ਨੇ, ਰੌਲਾ ਤਾਂ ਪਾ ਰਿਹਾ, ਰੌਲਾ ਵੀ ਪੈ ਰਿਹਾ ਜਿੱਥੇ ਨਾਲ 370 ਦੀ ਆਵਾਜ਼ ਉੱਠ ਰਹੀ ਹੈ, ਉੱਥੇ ਧਾਰਾ 370 ਦੀ, ਜਿੱਥੇ ਨਾਲ ਇਹ ਗੱਲ ਕਿਹਾ ਜਾਂਦਾ ਕਿ ਜਿਹੜਾ ਜੰਮੂ ਅਤੇ ਕਸ਼ਮੀਰ ਨੂੰ ਬਹਾਲ ਕਰਿਆ ਜਾਵੇ, ਉਹਦੀ ਮੰਗ ਉੱਠ ਰਹੀ ਹੈ। ਤੇ ਕਿਤੇ ਨਾ ਕਿਤੇ ਉਹਨੂੰ ਚੀਜ਼ ਨੂੰ ਵਿਸਫੋਟਕ ਵੀ ਤਾਂ ਬਣਾਉਣਾ। ਇੱਧਰ 2022 ਦੇ ਵਿੱਚ ਪੰਜਾਬ ਦੀਆਂ ਚੋਣਾਂ ਵੀ ਤਾਂ ਆ ਰਹੀਆਂ ਨੇ ਤੇ ਮੁਸਲਮਾਨ ਉੱਥੇ ਨਿਕਾਹ ਕਰਨਾ, ਸਿੱਖਾਂ ਦੀ ਕੁੜੀ ਨਾਲ ਕਰਨਾ, ਤੇ ਇਸ ਨੂੰ ਜੇ ਜੋੜ ਕੇ ਦੇਖੋ ਸੰਦਰਭ ਵਿੱਚ ਰਾਜਨੀਤੀ ਹੈ ਹੀ। ਬਿਲਕੁਲ। ਏਦਾਂ ਦਾ ਗੱਲ, ਏਦਾਂ ਕੁਛ ਨਹੀਂ ਹੁੰਦਾ। ਜਦੋਂ ਇਨਸਾਫ ਲੈਣਾ, ਇਨਸਾਫ ਵਾਸਤੇ ਚਾਹੇ ਮੁਸਲਿਮ ਭਾਈਚਾਰਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਭਾਈਚਾਰਾ, ਈਸਾਈ ਜੋ ਵੀ ਹੈਗੇ ਨੇ, ਠੀਕ ਹੈ, ਉਹਨਾਂ ਲਈ ਇਨਸਾਫ ਤਾਂ ਬਰਾਬਰ ਹੈ ਨਾ। ਬਿਲਕੁਲ। ਧੱਕਾ ਕਰਨਾ ਕਿਵੇਂ, ਕੀ ਸ਼ੋਅ ਕਰਦਾ ਕਿ ਇਹਨਾਂ ਨਾਲ ਧੱਕਾ ਉੱਥੇ ਹੋ ਰਿਹਾ, ਤਾਂ ਕੀ ਸ਼ੋਅ ਕਰੇਗਾ ਉਹ? ਇੱਥੇ ਮਲੇਰਕੋਟਲੇ ਨੂੰ ਜਦੋਂ ਜ਼ਿਲ੍ਹਾ ਬਣਾਇਆ ਗਿਆ ਸੀ, ਉਦੋਂ ਬੋਲਿਆ ਗਿਆ ਸੀ, ਯੋਗੀ ਨੇ ਬੋਲਿਆ ਸੀ। ਇਹ ਸਾਰੀਆਂ ਚੀਜ਼ਾਂ ਇੱਕ ਨਾਲ ਜਦੋਂ ਆਪਾਂ ਸੋਚਦੇ ਹਾਂ ਨਾ, ਵੱਡਾ ਸੋਚਦੇ ਹਾਂ, ਰਾਜਨੀਤੀ ਨੂੰ ਨਾਲ ਲੈ ਕੇ ਸੋਚਦੇ ਹਾਂ, ਅਜਿਹੀਆਂ ਘਟਨਾਵਾਂ ਨੂੰ ਨਾਲ ਲੈ ਕੇ ਸੋਚਦੇ ਹਾਂ, ਇਹ ਕਿਤੇ ਨਾ ਕਿਤੇ ਜਾ ਕੇ ਰਾਜਨੀਤੀ ਨਾਲ ਜੁੜਦੀਆਂ ਨੇ। ਰਾਜਨੀਤੀ ਨੂੰ ਜੋੜਿਆ ਜਾ ਸਕਦਾ ਇਹਦੇ ਨਾਲ। ਇਹ ਐਵੇਂ ਨਹੀਂ ਹੁੰਦੀਆਂ। ਇਹ ਜਦੋਂ ਪੁਲਿਸ ਪ੍ਰਸ਼ਾਸਨ ਹੈ, ਸਿਵਲ ਪ੍ਰਸ਼ਾਸਨ ਹੈ, ਸਭ ਕੁਛ ਹੈ, ਨਿਆਂ ਸਭ ਦੇ ਲਈ ਬਰਾਬਰ ਹੈ, ਫਿਰ ਧੱਕਾ ਕਿਉਂ ਧੱਕਾ ਹੋ ਰਿਹਾ? ਉੱਥੇ ਕਿਸੇ ਦੀ ਲੀਡਰ ਦੀ, ਕਿਸੇ ਦੀ
ਕਿਸੇ ਹੋਰ ਆਗੂ ਦੀ ਕਿਸੇ ਦੀ ਧੀ ਚੱਕੀ ਜਾਂਦੀ ਜਾਂ ਕਿਸੇ ਦੀ ਭੈਣ ਚੱਕੀ ਜਾਂਦੀ, ਏਦਾਂ ਅਗਵਾਹ ਹੋਈ ਹੁੰਦੀ ਜਾਂ ਏਦਾਂ ਹੋਇਆ ਹੁੰਦਾ, ਕੀ ਆਹ ਸਥਿਤੀ ਹੋਣੀ ਸੀ? ਆਮ ਲੋਕਾਂ ਨਾਲ ਹੀ ਇਹ ਸਥਿਤੀ ਕਿਉਂ ਹੁੰਦੀ ਹੈ? ਆਮ ਲੋਕਾਂ ਨਾਲ ਹੀ ਕਿਉਂ ਏਦਾਂ ਦਾ ਕੀਤਾ ਜਾਂਦਾ? ਹਾਂ, ਇਹ ਧਾਰਮਿਕ ਰੰਗਤ ਵੀ ਦੇਈ ਜਾਂਦੀ ਹੈ। ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੈਗੇ। ਮਸਲਾ ਕੀ ਹੈ, ਜਾਂਚ ਹੋਣੀ ਚਾਹੀਦੀ ਹੈ, ਅਦਾਲਤ ਦੇ ਵਿੱਚ ਨਿਆਂ ਹੋਣਾ ਚਾਹੀਦਾ ਹੈ, ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ, ਜਿਹੜਾ ਪੀੜਤ ਪਰਿਵਾਰ ਹੈ, ਜੋ ਚਾਹੁੰਦਾ ਉਹਦੇ ਲਈ ਕਰਨਾ ਚਾਹੀਦਾ ਇਹ। ਸੋ ਇਹ ਬਿਲਕੁਲ ਚੀਜ਼ਾਂ ਮਤਲਬ ਕਹਿਣ ਤੋਂ ਭਾਵ ਇਹੀ ਹੈ ਮੇਰਾ, ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਰਾਜਨੀਤੀ ਤੋਂ ਬਰੇਰਤ ਜ਼ਿਆਦੇ ਹੁੰਦੀਆਂ ਨੇ। ਇਹਨਾਂ ਘਟਨਾਵਾਂ ਪਿਛਲਾ ਸੱਚ ਕੁਛ ਹੋਰ ਹੁੰਦਾ। ਬਿਲਕੁਲ। ਆਖਰੀ ਖਬਰ ਪਰਮਿੰਦਰ ਜੀ, ਤੇਲ ਕੀਮਤਾਂ ਨਾਲ ਜੁੜੀ ਹੈ ਕਿ ਪੈਟਰੋਲ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਨੇ। 100 ਤੋਂ ਉੱਤੇ ਕਈ ਸੂਬਿਆਂ ਦੇ ਵਿੱਚ ਤੇਲ ਦੀ ਕੀਮਤ ਹੋ ਚੁੱਕੀ ਹੈ। ਦਿਨ ਚੜ੍ਹਦਿਆਂ ਕੁਝ ਪੈਸਿਆਂ ਦੇ ਹਿਸਾਬ ਨਾਲ ਇਹਨਾਂ ਨੇ 31 ਵਾਰ ਵਧਾਇਆ। ਤੁਸੀਂ ਲਾ ਲਓ ਹਿਸਾਬ ਕਿ ਹੁਣ ਤੱਕ ਤੇਲ ਦੀ ਕੀਮਤ ਵਧਣ ਦਾ ਕਾਰਨ ਕੀ ਰਿਹਾ? ਇਸ ਤੋਂ ਪਹਿਲਾਂ ਵੀ ਕੀਮਤਾਂ ਵੱਧਦੀਆਂ ਰਹੀਆਂ, ਕਦੇ ਮਹੀਨੇ ਬਾਅਦ ਵੱਧ ਗਈ, ਹੁਣ ਤਾਂ ਲਗਾਤਾਰ ਹੀ ਵੱਧਦੀ ਰਹੀ ਹੈ। ਮਹੀਨਾ ਹੋ ਗਿਆ ਲਗਾਤਾਰ ਹਰ ਰੋਜ਼ ਕੀਮਤ ਵਧੀ। ਜੇ ਪੈਟਰੋਲੀਅਮ ਕੇਂਦਰੀ ਜਿਹੜੇ ਮੰਤਰੀ ਨੇ, ਕੇਂਦਰੀ ਪੈਟਰੋਲੀਅਮ ਮੰਤਰੀ, ਉਹ ਇਹ ਗੱਲ ਕਹਿੰਦੇ ਨੇ ਕਿ ਸੂਬਿਆਂ ਨੂੰ ਚਾਹੀਦਾ ਕਿ ਉਹ ਆਪਣੇ ਹਿੱਸੇ ਦਾ ਟੈਕਸ ਘਟਾਉਣ, ਪਰ ਜਿਨ੍ਹਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹਦੇ ਵਾਸਤੇ ਮੂੰਹ ਨਹੀਂ ਖੋਲਿਆ ਜਾਂਦਾ, ਜਾਂ ਉਹ ਸਰਕਾਰਾਂ ਮੂੰਹ ਨਹੀਂ ਖੋਲ ਰਹੀਆਂ। ਦੇਖੋ, ਬੀਜੇਪੀ ਦੀ ਸਰਕਾਰ ਹੈ ਹੁਣ। ਜਦੋਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਉਦੋਂ ਬੀਜੇਪੀ ਵਾਲਿਆਂ ਦਾ ਪ੍ਰਦਰਸ਼ਨ ਦੇਖਣਾ ਬਣਦਾ ਸੀਗਾ। ਤੇ ਉਦੋਂ ਜੇ ਤੇਲ ਦੀ ਕੀਮਤ ਜਾਂ ਗੈਸ ਦੀ ਕੀਮਤ ਵਿੱਚ ਵਾਧਾ ਹੁੰਦਾ ਸੀਗਾ, ਤਾਂ ਉਦੋਂ ਕਿਵੇਂ ਉਹ ਐਂ ਕਹਿ ਲਓ ਵਿੱਜ ਵਰਗੇ ਨੰਗੇ ਧੜ ਆ ਕੇ ਪ੍ਰਦਰਸ਼ਨ ਕਰਦੇ ਸੀ। ਸਿਮਰਤੀ ਇਰਾਨੀ ਵਰਗੇ, ਬਾਬਾ ਰਾਮਦੇਵ ਵਰਗੇ ਕਿਵੇਂ ਬੋਲਦੇ ਸੀਗੇ ਉਦੋਂ। ਉਦੋਂ ਦੇਖਣਾ ਚਾਹੀਦਾ ਸੀ। ਵੱਡੇ ਵੱਡੇ ਮੰਚਾਂ ਦੇ ਉੱਤੇ ਬੋਲੇ ਨੇ, ਚੈਨਲਾਂ ਦੇ ਉੱਤੇ ਬੋਲੇ ਨੇ। ਸਰਕਾਰ ਬਣਾਉਣ ਦੇ ਲਈ ਬੋਲਿਆ ਜਾਂਦਾ ਸੀ ਕਿ ਤੁਹਾਨੂੰ ਇੰਨੇ ਰੁਪਏ ਚਾਹੀਦਾ ਹੈ, ਕਿ ਸਿਲੰਡਰ ਇੰਨੇ ਰੁਪਏ ਚਾਹੀਦਾ ਹੈ, ਪੈਟਰੋਲ ਇੰਨੇ ਰੁਪਏ ਚਾਹੀਦਾ ਹੈ, ਕਿ ਇੰਨੇ ਰੁਪਏ ਚਾਹੀਦਾ ਹੈ, ਤੇ ਕਿਹਨੂੰ ਲੈ ਕੇ ਆਉਂਗੇ? ਬਾਕੀ ਭਗਤ ਹਾ ਹਾ ਹੀ ਹੀ ਕਹਿ ਕੇ ਨਾਅਰੇ ਲਾਉਂਦੇ ਸੀ, ਬੀਜੇਪੀ ਦੇ ਨਾਂ ਦੇ ਉੱਤੇ, ਮੋਦੀ ਦੇ ਨਾਂ ਤੇ ਨਾਅਰੇ ਲਾਉਂਦੇ ਸੀ। ਤੇ ਅੱਜ ਉਹ ਸਾਰੇ ਖੁੱਡ ਚ ਬੜੇ ਹੋਏ ਨੇ। ਕਿਤੇ ਕਿਤੇ ਤੇ ਲੱਭਦੇ ਨਹੀਂ ਹੈਗੇ ਅੱਜ। ਗੱਲ ਤਾਂ ਉਹੀ ਹੈ ਕਿ ਹੁਣ ਉਹਨਾਂ ਨੂੰ ਪਤਾ ਨਹੀਂ ਨਾ ਰੇਟ ਦਾ। ਉਦੋਂ ਕਿਤੇ ਪੱਲਿਓਂ ਪਵਾਉਣਾ ਪੈ ਸਕਦਾ ਹੁੰਦਾ, ਉਹ ਆਪਦੀ ਤਨਖਾਹ ਚੋਂ ਖਰਚ ਕਰਨਾ ਪੈ ਜਾਂਦਾ ਹੋਊਗਾ। ਅੱਜ ਸਰਕਾਰ ਦੇ ਰਹੀ ਹੈ, ਲੋਕਾਂ ਦੇ ਉੱਤੇ ਪਾ ਦਿਓ ਟੈਕਸ, ਸਾਨੂੰ ਕੀ ਹੈ? ਅਸੀਂ ਤਾਂ ਗੱਡੀ ਦਾ ਉਨਾ ਹੀ, ਜਦੋਂ 400 ਕਿਲੋਮੀਟਰ ਗੱਡੀ ਚੱਲੇ ਤਾਂ 400 ਕਿਲੋਮੀਟਰ ਦਾ ਤੇਲ ਪਵਾਉਣਾ ਹੀ ਪਵਾਉਣਾ, ਸਾਨੂੰ ਕੀ ਆ? ਅਸੀਂ ਕਿਹੜਾ ਜੇਬ ਚੋਂ ਪੈਸਾ ਦੇਣਾ? ਪੈਸਾ ਦੇਣ ਲੋਕ। ਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਅੱਜ, ਰੌਲਾ ਬਿਆਨਬਾਜ਼ੀ ਹੈਗੀ ਹੈ, ਕਾਂਗਰਸ ਦੀ ਬਿਆਨਬਾਜ਼ੀ ਹੈਗੀ ਹੈ। ਪੁੱਛਣਾ ਤਾਂ ਇਹ ਚਾਹੀਦਾ ਕਿ ਇਸ ਦੇ ਲਈ ਕੁਛ ਹੈ, ਕਾਨੂੰਨ ਕੁਛ ਕਹਿੰਦਾ ਹੈ? ਇਹਨਾਂ ਵਧੀਆਂ ਕੀਮਤਾਂ ਦੇ ਖਿਲਾਫ, ਸਰਕਾਰ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ? ਕੋਈ ਮਤਾ ਪੈ ਸਕਦਾ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਦਾ ਸਾਰੀਆਂ ਵਿਧਾਨ ਸਭਾਵਾਂ ਨੇ ਜਿਹੜੀਆਂ, ਸਾਰੀਆਂ ਦਾ ਮਤਾ ਪੈ ਸਕਦਾ। ਘੱਟੋ ਘੱਟ ਜਿਹੜੀਆਂ ਨੌਨ ਬੀਜੇਪੀ ਸਰਕਾਰਾਂ ਨੇ, ਉਹ ਤਾਂ ਮਤਾ ਪਾ ਸਕਦੀਆਂ ਨੇ। ਕਾਨੂੰਨ ਦੇ ਵਿੱਚ ਕੋਈ ਚਾਰਾਜੋਈ ਹੋ ਸਕਦੀ ਹੈ। ਜੇ ਹੋ ਸਕਦੀ ਤਾਂ ਕੌਣ ਕਰਦਾ ਹੈ? ਇਹ ਸਾਰਾ ਕੁਛ ਪੋਲੀਟੀਸ਼ੀਅਨ ਦੱਸ ਸਕਦੇ ਨੇ ਲੋਕਾਂ ਨੂੰ, ਪਰ ਇਹਦੇ ਤੇ ਬੋਲਦਾ ਕੋਈ ਨਹੀਂ। ਹਰ ਇੱਕ ਨੂੰ ਪਤਾ ਹੈ ਅਸੀਂ ਆਵਾਂਗੇ, ਕਿਤੇ ਨਾ ਕਿਤੇ ਅਸੀਂ ਆਵਾਂਗੇ। ਜਾਂ ਹੋ ਸਕਦਾ ਇਹ ਵੀ ਹੈ ਕਿ ਇਹਨਾਂ ਨੂੰ ਆਪਣੇ ਪੱਲਿਓਂ ਖਰਚਣਾ ਕੁਛ ਨਹੀਂ ਪੈਂਦਾ, ਲਗਾਤਾਰ ਵਾਧਾ ਹੋ ਰਿਹਾ। ਚੱਲ ਰਹੇ ਨੇ ਕੌਣ? ਅੱਜ ਕਿਸਾਨ ਡੀਜ਼ਲ ਪਵਾ ਰਹੇ ਆ, ਲਾਈਟ ਉਹਨੀ 8 ਘੰਟੇ ਪੂਰੀ ਆਉਂਦੀ, ਤੇ ਡੀਜ਼ਲ ਫੂਕ ਕੇ ਉਹ ਕਿੱਥੋਂ ਖੇਤੀ ਕਰ ਲੂਗਾ? ਖੇਤੀ ਨੂੰ ਖਤਮ ਕਰਨ ਵਾਸਤੇ ਤਾਂ ਸਾਰਾ ਕੁਝ ਚੱਲੀ ਜਾ ਰਿਹਾ। ਬਿਲਕੁਲ ਤੇ ਕਾਰਪੋਰੇਟ ਘਰਾਣਿਆਂ ਨੂੰ ਤਾਂ ਸਾਰਾ ਕੁਝ ਦਿੱਤਾ ਹੋਇਆ, ਕਿ ਖੇਤੀ ਵੀ ਦੇ ਰਹੇ ਨੇ। ਅੱਕ ਕੇ ਲੋਕਾਂ ਨੇ ਆਪ ਹੀ ਕਹਿ ਦੇਣਾ ਕਾਨੂੰਨ ਲਾਗੂ ਹੀ ਨਾ ਕਰ ਦੋ ਕਿਤੇ। ਆ ਲੈ ਜਾਓ ਜ਼ਮੀਨ, ਇਹ ਲੈ ਜਾਓ, ਸਾਡੇ ਤਾਂ ਹੁੰਦੀ ਨਹੀਂ। ਨਾ ਲਾਈਟ ਮਿਲਣੀ ਹੈ ਪੂਰੀ, ਡੀਜ਼ਲ ਦਾ ਰੇਟ ਤੁਸੀਂ 100 ਨੂੰ ਡੀਜ਼ਲ ਵੀ ਪਾਰ ਹੋਣ ਜਾ ਰਿਹਾ। 90 ਦੇ ਨੇੜੇ ਤਾਂ 50 'ਚ ਪਹੁੰਚ ਗਿਆ। ਇਹ ਕਹਿਣ ਦਾ ਭਾਵ ਇਹ, ਉਸ ਚੀਜ਼ ਦਾ ਟਰਾਂਸਪੋਰਟ ਦੇ ਨਾਲ ਨਾਲ ਦੇਖੋ ਤੁਸੀਂ, ਰੋਜ਼ਮਰਾ ਦੀਆਂ ਚੀਜ਼ਾਂ ਮਾਰਕੀਟ ਤਾਂ ਆਉਣੀਆਂ ਨੇ ਨਾ। ਡੀਜ਼ਲ ਤੋਂ ਬਿਨਾਂ ਗੱਡੀਆਂ ਨਹੀਂ ਚੱਲਦੀਆਂ, ਵੱਡੀਆਂ ਗੱਡੀਆਂ ਜਿਨ੍ਹਾਂ ਨੇ ਢੋਆ ਢਾਈ ਦਾ ਕਰਨਾ ਹੁੰਦਾ ਪ੍ਰਬੰਧ। ਤੇ ਜਦੋਂ ਉਹਦੇ ਰੇਟ ਵਧਣਗੇ, ਟਰਾਂਸਪੋਰਟ ਦਾ ਖਰਚਾ ਵਧੂਗਾ, ਮਹਿੰਗਾਈ ਤਾਂ ਆਪਣੇ ਆਪ ਵਧਣੀ ਹੈ। ਸਾਰੇ ਪਾਸੇ ਫਰਕ ਪੈਂਦਾ ਨਾ। ਹੁਣ ਜਿਨ੍ਹਾਂ ਨੇ ਸਟੋਰ ਕਰਿਆ ਹੋਇਆ, ਮੰਨ ਲਓ ਕੋਈ ਚੀਜ਼ 10 ਰੁਪਏ ਨੂੰ, 20 ਰੁਪਏ ਨੂੰ, 50 ਰੁਪਏ ਨੂੰ ਖਰੀਦੀ ਹੋਈ ਹੈ, ਅੱਜ ਵਿੱਚ ਟਰਾਂਸਪੋਰਟ ਦਾ ਜਾਂ ਡੀਜ਼ਲ ਵੱਧ ਦਾ ਖਰਚਾ ਪਾ ਕੇ ਉਹਨਾਂ ਨੇ ਉਹ 50 ਦੀ ਜਗ੍ਹਾ 100 ਦੀ ਵੇਚਣੀ, ਉਹਨਾਂ ਨੂੰ ਤਾਂ ਮੁਨਾਫਾ ਹੀ ਹੈ। ਤੇ ਉਹਨਾਂ ਨੂੰ ਮੁਨਾਫਾ ਦੇਣ ਵਾਸਤੇ ਸਾਰਾ ਕੁਝ ਹੋ ਰਿਹਾ। ਕੋਈ ਬੋਲਦਾ ਨਹੀਂ। ਮਨ ਕੀ ਬਾਤ ਦੇ ਵਿੱਚ ਕੋਈ ਬੋਲਿਆ? ਮਨ ਕੀ ਬਾਤ ਹੁੰਦੀ ਹੈ ਜੀ, ਉਹਦੇ ਵਿੱਚ ਫਲਾਣਾ ਹੱਬ ਬਣਾ ਦਿਓ, ਢਮਕਾਣਾ ਹੱਬ ਬਣਾ ਦਿਓ। ਕਦੇ ਐਂ ਕਿਹਾ ਵੀ ਪੈਟਰੋਲ ਦੇ ਡੀਜ਼ਲ ਵੱਧ ਗਏ, ਰੇਟ ਵੱਧ ਗਏ ਡੀਜ਼ਲ ਤੇ ਪੈਟਰੋਲ ਦੇ, ਕਾਰਨ ਵਧਾਏ ਹੈ, ਅਸੀਂ ਇੱਥੇ ਬੇਬਸ ਹਾਂ। ਦੱਸਣ ਤਾਂ ਜੇ ਟੈਕਸ ਨਾ ਲਾਇਆ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਲੋਕਾਂ ਤੋਂ ਲੁਕੋਈਆਂ ਜਾਂਦੀਆਂ ਨੇ ਸੁਖਵਿੰਦਰ ਜੀ। ਇਹਨਾਂ ਦੇ ਪਿੱਛੇ ਮਕਸਦ ਹੋਰ ਨੇ। ਚੋਣਾਂ ਦੇ ਵਿੱਚ ਹੁੰਦੀ ਫੰਡਿੰਗ ਮਕਸਦ ਹੁੰਦਾ ਸਿੱਧੇ ਤੌਰ ਤੇ ਉਹ ਕਾਰਪੋਰੇਟਾਂ ਨੂੰ ਇਹਨਾਂ ਦਾ ਜਿਹੜਾ ਹੈਗਾ ਮੁਨਾਫਾ ਦੇਣਾ ਹੀ ਹੁੰਦਾ। ਤੇ ਉਹ ਸਰਕਾਰ ਕੋਈ ਆ ਜੇ, ਅਸਰ ਜਾਂ ਕਹਿ ਲਓ ਜਿਹੜਾ ਮਾਰ ਪੈਣੀ ਹੈ, ਉਹ ਆਮ ਲੋਕਾਂ ਨੂੰ ਹੀ ਪੈਣੀ। ਜੀ, ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ।
ਸ਼ੁਕਰੀਆ ਸੁਖਵਿੰਦਰ, ਥੈਂਕ ਯੂ। ਤੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।